बचपन तो ਜਿਹੜੇ समाज ਵਿੱਚ ਸਾਡਾ ਪਾਲਣ ਪੋਸ਼ਣ ਹੋਇਆ ਹੈ ਉੱਥੇ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਜ਼ਿੰਦਗੀ ਵਿੱਚ ਕਦੇ ਹਾਰਨਾ ਨਹੀਂ, ਹਮੇਸ਼ਾ ਸਭ ਤੋਂ ਅੱਗੇ ਰਹਿਣਾ ਹੈ ਅਤੇ ਇਸੇ ਪ੍ਰਕਾਰ ਦੇ ਵਿਚਾਰ ਉਪਜਣ ਦੇ ਨਾਲ ਇੱਕ ਬੱਚੇ ਦੇ ਮਨ ਵਿੱਚ ਹਾਰ ਦੇ ਪ੍ਰਤੀ ਇੱਕ ਡਰ ਪੈਦਾ ਹੋ ਜਾਂਦਾ ਹੈ। ਜਦੋਂ ਵੀ ਅਸੀਂ ਕਿਸੇ ਬੱਚੇ ਨੂੰ ਵਧੀਆ ਨੰਬਰ ਆਉਣ ਤੇ ਇਨਾਮ ਵਜੋਂ ਕੋਈ ਚੀਜ਼ ਦਿੰਦੇ ਹਾਂ ਅਤੇ ਖਰਾਬ ਨੰਬਰ ਆਉਣ ਤੇ ਉਸ ਨੂੰ ਝਿੜਕ ਦਿੰਦੇ ਹਾਂ ਤਾਂ ਅਸੀਂ ਜਾਣੇ ਅਣਜਾਣੇ ਵਿੱਚ ਉਸ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਰਹੇ ਹੁੰਦੇ ਹਾਂ। ਇਹ ਗੱਲ ਬਿਲਕੁਲ ਸੱਚ ਹੈ ਕਿ ਬਚਪਨ ਵਿੱਚ ਬੱਚੇ ਦੇ ਮਨ ਵਿੱਚ ਬੀਜਿਆ ਗਿਆ ਬੀਜ ਸਾਰੀ ਜ਼ਿੰਦਗੀ ਪਲਦਾ ਰਹਿੰਦਾ ਹੈ। ਉਹ ਬੱਚਾ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਕਰਨ ਤੋਂ ਡਰਦਾ ਰਹਿੰਦਾ ਹੈ। ਇਸੇ ਲਈ ਆਪਣੇ ਬੱਚੇ ਦੇ ਮਨ ਵਿੱਚ ਅਜਿਹੇ ਬੀਜ ਬੀਜੋ ਕਿ ਉਹ ਆਪਣੀ ਹਾਰ ਤੋਂ ਕਦੇ ਡਰੇ ਨਾ, ਕਦੇ ਵੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦੇ ਲਈ ਉਸ ਦੇ ਕਦਮ ਪਿੱਛੇ ਨਾ ਹਟਣ। ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਇਸ ਕਹਾਣੀ ਵਿੱਚ ਤੁਹਾਨੂੰ ਦੋ ਅਜਿਹੇ ਸਿਧਾਂਤ ਮਿਲਣਗੇ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਨਵੀਂ ਸ਼ੁਰੂਆਤ ਕਰਨ ਤੋਂ ਨਹੀਂ ਡਰੋਗੇ। ਇੱਕ ਪਿੰਡ ਵਿੱਚ ਇੱਕ ਦੀਪਕ ਨਾਮ ਦਾ ਲੜਕਾ ਰਹਿੰਦਾ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਲਿਖਾਈ ਵਿੱਚ ਜ਼ਿਆਦਾ ਹੁਸ਼ਿਆਰ ਨਹੀਂ ਸੀ, ਪਰ ਉਸਨੇ ਨੌਕਰੀ ਲੈਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਅਤੇ ਜਿਹੜੀ ਨੌਕਰੀ ਉਸ ਨੂੰ ਮਿਲੀ ਉੱਥੇ ਉਸ ਤੋਂ ਕੰਮ ਤਾਂ ਜ਼ਿਆਦਾ ਲਿਆ ਜਾਂਦਾ ਸੀ, ਪਰ ਉਸ ਦੀ ਤਨਖਾਹ ਬਹੁਤ ਘੱਟ ਸੀ। ਉਸ ਤਨਖਾਹ ਨਾਲ ਤਾਂ ਉਸ ਦਾ ਆਪਣਾ ਖਰਚਾ ਵੀ ਪੂਰਾ ਨਹੀਂ ਹੁੰਦਾ ਸੀ, ਫਿਰ ਉਹ ਆਪਣੇ ਪਰਿਵਾਰ ਦਾ ਖਰਚਾ ਕਿਵੇਂ ਚਲਾ ਸਕਦਾ ਸੀ। ਘਰ ਵਿੱਚ ਉਸ ਦੀ ਪਤਨੀ ਸੀ, ਬੱਚੇ ਸਨ, ਉਸ ਦੇ ਮਾਤਾ-ਪਿਤਾ ਸਨ। ਇੰਨੇ ਲੋਕਾਂ ਦਾ ਪੇਟ ਪਾਲਣਾ, ਉਹ ਵੀ ਮਾਮੂਲੀ ਤਨਖਾਹ ਦੇ ਨਾਲ, ਉਸ ਦੇ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ। ਇਸ ਲਈ ਉਸਨੇ ਹਿੰਮਤ ਕਰਕੇ ਇੱਕ ਵਾਰੀ ਆਪਣੀ ਨੌਕਰੀ ਛੱਡਣ ਦਾ ਨਿਰਣਾ ਲਿਆ। ਨੌਕਰੀ ਛੱਡਣ ਤੋਂ ਬਾਅਦ ਉਸਨੇ ਕੋਈ ਕਾਰੋਬਾਰ ਕਰਨ ਦਾ ਫੈਸਲਾ ਲਿਆ, ਪਰ ਕਾਰੋਬਾਰ ਦੇ ਲਈ ਧਨ ਚਾਹੀਦਾ ਹੈ ਅਤੇ ਉਹ ਉਸ ਦੇ ਕੋਲ ਹੈ ਨਹੀਂ ਸੀ, ਤਾਂ ਉਹ ਕਾਰੋਬਾਰ ਕਿਵੇਂ ਕਰਦਾ। ਇਸ ਲਈ ਉਸਨੇ ਕਾਰੋਬਾਰ ਕਰਨ ਦੇ ਲਈ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਉਧਾਰ ਲੈ ਲਏ। ਉਸਨੇ ਉਸ ਕਾਰੋਬਾਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਲਈ ਬਹੁਤ ਜਾਣਕਾਰੀ ਇਕੱਠੀ ਕਰ ਲਈ ਸੀ। ਇਸੇ ਲਈ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਉਹ ਇਸ ਕੰਮ ਨੂੰ ਇੱਕ ਨਵੀਂ ਉਚਾਈ ਤੇ ਲੈ ਜਾਵੇਗਾ। ਕੰਮ ਸ਼ੁਰੂ ਕਰਨ ਤੋਂ ਬਾਅਦ ਕੁਝ ਦਿਨ ਤੱਕ ਕੰਮ ਪੂਰਾ ਵਧੀਆ ਚੱਲਿਆ, ਪਰ ਸਮਾਂ ਲੰਘਣ ਦੇ ਨਾਲ-ਨਾਲ ਉਸ ਦਾ ਕੰਮ ਠੰਡਾ ਪੈਂਦਾ ਗਿਆ। ਹੁਣ ਦਿਨ ਰਾਤ ਉਸ ਦੇ ਸਿਰ ਤੇ ਇਹੀ ਚਿੰਤਾ ਮੰਡਰਾਉਂਦੀ ਰਹਿੰਦੀ ਸੀ ਕਿ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਲਿਆ ਪੈਸਾ ਕਿਵੇਂ ਵਾਪਸ ਕਰੂਗਾ। ਇਸੇ ਚਿੰਤਾ ਦੇ ਕਾਰਨ ਉਹ ਸ਼ਰਾਬ ਵੀ ਪੀਣ ਲੱਗ ਗਿਆ ਸੀ। ਕਹਿੰਦੇ ਹਨ ਕਿ ਜਦੋਂ ਇਨਸਾਨ ਦੇ ਮਾੜੇ ਦਿਨ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਬੁੱਧੀ ਭ੍ਰਿਸ਼ਟ ਹੁੰਦੀ ਹੈ, ਅਤੇ ਇਹੀ ਸਭ ਦੀਪਕ ਦੇ ਨਾਲ ਹੋ ਰਿਹਾ ਸੀ। ਹੁਣ ਉਸ ਦੇ ਆਪਣੇ ਪਰਿਵਾਰ ਦੇ ਨਾਲ ਲੜਾਈ ਝਗੜੇ ਵੀ ਵਧਣ ਲੱਗ ਗਏ ਸਨ। ਇੱਕ ਇੱਕ ਦਿਨ ਬੀਤਣ ਨਾਲ ਉਸ ਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾਂਦੀ ਸੀ। ਹੁਣ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਆਪਣਾ ਪੈਸਾ ਵਾਪਸ ਮੰਗਣਾ ਸ਼ੁਰੂ ਕਰ ਦਿੱਤਾ ਸੀ, ਪਰ ਉਸ ਦੇ ਕੋਲ ਪੈਸਾ ਵਾਪਸ ਕਰਨ ਨੂੰ ਤਾਂ ਕੁਝ ਬਚਿਆ ਹੀ ਨਹੀਂ ਸੀ। ਜਿਹੜਾ ਥੋੜਾ ਬਹੁਤਾ ਪੈਸਾ ਬਚਿਆ ਸੀ ਉਹ ਉਸ ਨੂੰ ਸ਼ਰਾਬ ਪੀਣ ਵਿੱਚ ਉਡਾ ਰਿਹਾ ਸੀ। ਜਦੋਂ ਬਾਰ-ਬਾਰ ਮੰਗਣ ਤੇ ਵੀ ਉਸਨੇ ਉਹਨਾਂ ਦਾ ਪੈਸਾ ਵਾਪਸ ਨਹੀਂ ਕੀਤਾ ਤਾਂ ਉਸ ਦੇ ਘਰ ਤੱਕ ਪਹੁੰਚਣ ਲੱਗ ਗਏ। ਹੁਣ ਦਿਨ ਰਾਤ ਉਸ ਦੇ ਘਰ ਪੈਸਾ ਲੈਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਸੀ। ਕੁਝ ਦਿਨ ਤਾਂ ਦੀਪਕ ਨੇ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਥੋੜੇ ਦਿਨਾਂ ਵਿੱਚ ਹੀ ਤੁਹਾਡਾ ਸਾਰਾ ਪੈਸਾ ਵਾਪਸ ਕਰ ਦੇਵਾਂਗਾ, ਪਰ ਥੋੜੇ ਦਿਨਾਂ ਬਾਅਦ ਵੀ ਪੈਸੇ ਦਾ ਬੰਦੋਬਸਤ ਹੋਣ ਦੀ ਕੋਈ ਵੀ ਸੰਭਾਵਨਾ ਉਸ ਨੂੰ ਨਜ਼ਰ ਨਹੀਂ ਆ ਰਹੀ ਸੀ। ਗੱਲ ਹੁਣ ਲੜਾਈ ਝਗੜੇ ਤੱਕ ਪਹੁੰਚਣ ਲੱਗੀ ਸੀ। ਰੋਜ਼ ਕਿਸੇ ਨਾ ਕਿਸੇ ਨਾਲ ਲੜਾਈ ਝਗੜੇ ਅਤੇ ਗਾਲੀ ਗਲੋਚ ਤੋਂ ਦੀਪਕ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਿਆ ਸੀ। ਉਹ ਅਕਸਰ ਇਹੀ ਸੋਚਦਾ ਰਹਿੰਦਾ ਸੀ ਕਿ ਇਨਸਾਨ ਤੋਂ ਚੰਗਾ ਤਾਂ ਜਾਨਵਰ ਦਾ ਜੀਵਨ ਹੁੰਦਾ ਹੈ। ਅਜਿਹੇ ਖਿਆਲ ਪੈਦਾ ਹੋਣ ਦੇ ਕਾਰਨ ਉਸ ਦੇ ਮਨ ਵਿੱਚ ਆਤਮ ਹੱਤਿਆ ਕਰਨ ਦੇ ਵਿਚਾਰ ਆਉਣ ਲੱਗੇ, ਪਰ ਕਿਉਂਕਿ ਉਸ ਦਾ ਸਾਰਾ ਪਰਿਵਾਰ
ਸਿਰਫ ਉਸ ਉੱਤੇ ਹੀ ਨਿਰਭਰ ਸੀ। ਇਸ ਵਜ੍ਹਾ ਕਰਕੇ ਉਹ ਅਜਿਹਾ ਕਦਮ ਨਹੀਂ ਚੁੱਕ ਪਾਉਂਦਾ ਸੀ। ਪਰੰਤੂ ਹੁਣ ਪ੍ਰਸਥਿਤੀਆਂ ਹੋਰ ਵੀ ਭਿਆਨਕ ਰੂਪ ਲੈਣ ਲੱਗ ਪਈਆਂ ਸਨ। ਕੁਝ ਹੀ ਦਿਨਾਂ ਬਾਅਦ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਹੁਣ ਉਹ ਆਪਣੇ ਬੱਚਿਆਂ ਅਤੇ ਮਾਤਾ-ਪਿਤਾ ਦੇ ਨਾਲ ਇਕੱਲਾ ਹੀ ਰਹਿ ਗਿਆ ਸੀ। ਪਹਿਲਾਂ ਤਾਂ ਉਸ ਦੀ ਪਤਨੀ ਉਸ ਨੂੰ ਹਿੰਮਤ ਦੇ ਦਿੰਦੀ ਸੀ, ਪਰ ਹੁਣ ਉਸ ਨੂੰ ਹਿੰਮਤ ਦੇਣ ਵਾਲਾ ਵੀ ਕੋਈ ਨਹੀਂ ਸੀ। ਇਸ ਲਈ ਇੱਕ ਰਾਤ ਉਹ ਆਪਣੇ ਦੋਵੇਂ ਬੱਚਿਆਂ ਨੂੰ ਸਵਾ ਕੇ ਇੱਕ ਪਹਾੜੀ ਦੇ ਵੱਲ ਚੱਲ ਪਿਆ। ਜਾਣ ਤੋਂ ਪਹਿਲਾਂ ਉਸ ਨੇ ਇੱਕ ਆਖਰੀ ਨਜ਼ਰ ਆਪਣੇ ਪਰਿਵਾਰ ਵੱਲ ਮਾਰੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਭਿੱਜੀਆਂ ਅੱਖਾਂ ਨਾਲ ਉਹ ਪਹਾੜੀ ਦੇ ਵੱਲ ਚੱਲਦਾ ਜਾ ਰਿਹਾ ਸੀ। ਹੁਣ ਬਸ ਉਹ ਆਪਣੇ ਸਰੀਰ ਤੋਂ, ਆਪਣੀ ਜ਼ਿੰਦਗੀ ਤੋਂ, ਆਪਣੀ ਰੂਹ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ। ਇਹ ਆਜ਼ਾਦੀ ਉਸ ਨੂੰ ਮੌਤ ਹੀ ਦਿਵਾ ਸਕਦੀ ਸੀ। ਜਦੋਂ ਉਹ ਉਸ ਪਹਾੜੀ ਦੇ ਵੱਲ ਜਾ ਰਿਹਾ ਸੀ ਤਾਂ ਉਸਨੇ ਰਾਸਤੇ ਵਿੱਚ ਇੱਕ ਚਿਤਾ ਦੇ ਕੋਲ ਇੱਕ ਬੋਧ ਭਿਕਸ਼ੂ ਨੂੰ ਬੈਠੇ ਦੇਖਿਆ। ਇਹ ਦ੍ਰਿਸ਼ ਜਦੋਂ ਦੀਪਕ ਨੇ ਦੇਖਿਆ ਤਾਂ ਉਸ ਬੋਧ ਭਿਕਸ਼ੂ ਦੇ ਕੋਲ ਜਾ ਕੇ ਬੋਲਿਆ ਕਿ ਲੱਗਦਾ ਹੈ ਤੁਹਾਡੇ ਕਿਸੇ ਬਹੁਤ ਹੀ ਕਰੀਬੀ ਇਨਸਾਨ ਦੀ ਚਿਤਾ ਮੱਚ ਰਹੀ ਹੈ। ਇਹ ਸੁਣ ਕੇ ਬੋਧ ਭਿਕਸ਼ੂ ਨੇ ਦੀਪਕ ਵੱਲ ਦੇਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ, ਨਹੀਂ, ਮੈਂ ਤਾਂ ਜਾਣਦਾ ਵੀ ਨਹੀਂ ਕਿ ਇਹ ਚਿਤਾ ਕਿਸ ਦੀ ਹੈ। ਇਹ ਸੁਣ ਕੇ ਦੀਪਕ ਨੂੰ ਬੜੀ ਹੈਰਾਨੀ ਹੋਈ। ਉਸਨੇ ਪੁੱਛਿਆ, ਤਾਂ ਫਿਰ ਤੁਸੀਂ ਇੰਨੇ ਧਿਆਨ ਨਾਲ ਇਹ ਚਿਤਾ ਕਿਉਂ ਦੇਖ ਰਹੇ ਹੋ? ਬੋਧ ਭਿਕਸ਼ੂ ਨੇ ਕਿਹਾ ਕਿ ਇਸ ਮੱਚਦੀ ਹੋਈ ਚਿਤਾ ਨੂੰ ਦੇਖ ਰਿਹਾ ਹਾਂ। ਇਨਸਾਨ ਪੂਰੀ ਜ਼ਿੰਦਗੀ ਜਿੱਤਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ, ਇਹ ਪਤਾ ਹੁੰਦੇ ਹੋਏ ਵੀ ਕਿ ਮੌਤ ਸਭ ਤੋਂ ਵੱਡੀ ਹਾਰ ਹੈ। ਜਦੋਂ ਤੁਹਾਨੂੰ ਪਤਾ ਹੈ ਕਿ ਮੌਤ ਨਿਸ਼ਚਿਤ ਹੈ, ਮੌਤ ਸੱਚ ਹੈ, ਮੌਤ ਨੂੰ ਕੋਈ ਵੀ ਨਹੀਂ ਟਾਲ ਸਕਿਆ, ਤਾਂ ਫਿਰ ਜੀਵਨ ਵਿੱਚ ਕਿਸੇ ਜਿੱਤ ਜਾਂ ਫਿਰ ਕਿਸੇ ਵੀ ਹਾਰ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ। ਅਸੀਂ ਕਿੰਨਾ ਵੀ ਕੁਝ ਹਾਸਲ ਕਰ ਲਈਏ ਜਾਂ ਕਿੰਨਾ ਵੀ ਕੁਝ ਗਵਾ ਲਈਏ, ਅਖੀਰ ਨੂੰ ਆਉਣੀ ਤਾਂ ਮੌਤ ਹੀ ਹੈ। ਇਹ ਸੁਣ ਕੇ ਦੀਪਕ ਨੇ ਕਿਹਾ ਕਿ ਮਹਾਤਮਾ, ਮੌਤ ਤਾਂ ਇੱਕ ਵਾਰ ਦਰਦ ਦਿੰਦੀ ਹੈ, ਪਰ ਜ਼ਿੰਦਗੀ ਹਰ ਰੋਜ਼ ਦਰਦ ਦਿੰਦੀ ਹੈ। ਅਜਿਹੀ ਜ਼ਿੰਦਗੀ ਦੇ ਵੀ ਕੀ ਮਾਇਨੇ? ਇਸ ਗੱਲ ਤੇ ਬੋਧ ਭਿਕਸ਼ੂ ਮੁਸਕਰਾਉਂਦੇ ਹੋਏ ਬੋਲਿਆ, ਤਾਂ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਅਤੇ ਮੌਤ ਦੋਵਾਂ ਦੇ ਹੀ ਕੋਈ ਮਾਇਨੇ ਨਹੀਂ ਹਨ। ਦੋਵੇਂ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਪਰ ਤੂੰ ਖੁਦ ਸੋਚ, ਜੇ ਤੇਰੀ ਮੌਤ ਦੇ ਕੋਈ ਮਾਇਨੇ ਨਹੀਂ ਹਨ ਤਾਂ ਤੈਨੂੰ ਮਰਨ ਤੋਂ ਬਾਅਦ ਵੀ ਕੀ ਹਾਸਲ ਹੋ ਜਾਵੇਗਾ? ਤਾਂ ਫਿਰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਕੀ ਮਤਲਬ? ਇਹ ਸੁਣ ਕੇ ਦੀਪਕ ਨੇ ਹੱਥ ਜੋੜ ਕੇ ਕਿਹਾ ਕਿ ਮਹਾਤਮਾ, ਮੈਂ ਆਪਣੇ ਜੀਵਨ ਤੋਂ ਦੁਖੀ ਹੋ ਚੁੱਕਿਆ ਹਾਂ। ਜੇ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਅੱਜ ਮੈਂ ਇੱਥੇ ਆਤਮ ਹੱਤਿਆ ਕਰਨ ਦੇ ਲਈ ਹੀ ਆਇਆ ਹਾਂ। ਮੈਂ ਆਪਣੇ ਜੀਵਨ ਤੋਂ ਹਾਰ ਚੁੱਕਿਆ ਹਾਂ ਤੇ ਮੌਤ ਹੀ ਮੈਨੂੰ ਆਖਰੀ ਰਸਤਾ ਨਜ਼ਰ ਆ ਰਹੀ ਹੈ। ਇਹ ਸੁਣ ਕੇ ਬੋਧ ਭਿਕਸ਼ੂ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਤੈਨੂੰ ਦੋ ਅਜਿਹੀਆਂ ਗੱਲਾਂ ਦੱਸ ਰਿਹਾ ਹਾਂ ਜਿਨ੍ਹਾਂ ਨੂੰ ਸਮਝਣ ਤੋਂ ਬਾਅਦ ਤੈਨੂੰ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਰਹੂਗੀ। ਪਹਿਲੀ ਗੱਲ, ਹਮੇਸ਼ਾ ਯਾਦ ਰੱਖੀ ਕਿ ਹਾਰਦਾ ਉਹੀ ਹੈ ਜਿਹੜਾ ਮੈਦਾਨ ਵਿੱਚ ਖੜਾ ਹੁੰਦਾ ਹੈ। ਜ਼ਿਆਦਾਤਰ ਲੋਕ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਕਰ ਹੀ ਨਹੀਂ ਪਾਉਂਦੇ, ਇੱਕ ਯਤਨ ਕਰ ਹੀ ਨਹੀਂ ਪਾਉਂਦੇ। ਇਸੇ ਲਈ ਉਹ ਜ਼ਿੰਦਗੀ ਦੀਆਂ ਗਹਿਰਾਈਆਂ ਨੂੰ ਸਮਝ ਨਹੀਂ ਪਾਉਂਦੇ। ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਜੇ ਮੈਂ ਕੋਈ ਨਵੀਂ ਸ਼ੁਰੂਆਤ ਕਰ ਲਈ ਤਾਂ ਮੇਰਾ ਕੋਈ ਨੁਕਸਾਨ ਨਾ ਹੋ ਜਾਵੇ, ਅਤੇ ਇਸੇ ਨੁਕਸਾਨ ਦੇ ਡਰ ਤੋਂ ਉਹ ਕਦੇ ਸ਼ੁਰੂਆਤ ਕਰ ਹੀ ਨਹੀਂ ਪਾਉਂਦੇ। ਪਰ ਜਰਾ ਸੋਚ, ਜੇ ਘੜੇ ਵਿੱਚ ਪਾਣੀ ਹੀ ਨਾ ਭਰਿਆ ਗਿਆ ਤਾਂ ਘੜਾ ਕਿਸ ਕੰਮ ਦਾ? ਜੇਕਰ ਜੀਵਨ ਵਿੱਚ ਜੀਵਨ ਦੀਆਂ ਗਹਿਰਾਈਆਂ ਤੱਕ ਡੁੱਬਿਆ ਹੀ ਨਾ ਗਿਆ ਤਾਂ ਜੀਵਨ ਦਾ ਕੀ ਫਾਇਦਾ? ਕੀ ਫਾਇਦਾ ਇਸ ਸਰੀਰ ਦਾ? ਇਸੇ ਲਈ ਜ਼ਿੰਦਗੀ ਵਿੱਚ ਕਦੇ ਵੀ ਨਵੀਂ ਸ਼ੁਰੂਆਤ ਕਰਨ ਤੋਂ ਡਰੀ ਨਾ, ਘਬਰਾਈ ਨਾ। ਜ਼ਿਆਦਾ ਤੋਂ ਜ਼ਿਆਦਾ ਕੀ ਹੋਵੇਗਾ? ਤੂੰ ਹਾਰ ਜਾਵੇਂਗਾ, ਪਰ ਹਾਰਨ ਦੇ ਲਈ ਵੀ ਤੈਨੂੰ ਇੱਕ ਕਦਮ ਤਾਂ ਅੱਗੇ ਵਧਾਉਣਾ ਹੀ ਹੋਵੇਗਾ। ਜੇ ਤੂੰ ਉੱਥੇ ਹੀ ਖੜਾ ਰਹਿ ਗਿਆ ਤਾਂ ਜੀਵਨ ਦੇ ਅੰਤ ਵਿੱਚ ਤੈਨੂੰ ਇਹੀ ਅਫਸੋਸ ਰਹੂ ਕਿ ਪੂਰਾ ਮੈਦਾਨ ਮੇਰੇ ਸਾਹਮਣੇ ਸੀ ਤੇ ਮੈਂ ਖੇਡ ਨੂੰ ਖੇਡਿਆ ਹੀ ਨਹੀਂ। ਫਿਰ ਪਛਤਾਵੇ ਨਾਲ ਕੁਝ ਨਹੀਂ ਹੋਣਾ ਜਦੋਂ ਚਿੜੀਆ ਚੁੱਗ ਗਈ ਖੇਤ। ਇਸੇ ਲਈ ਜੇ ਕੱਲ ਨੂੰ ਪਛਤਾਉਣਾ ਨਹੀਂ ਹੈ ਤਾਂ ਆਪਣੇ ਮਨ ਵਿੱਚੋਂ ਹਾਰ ਦਾ ਡਰ ਕੱਢ ਦੇ
ਭੁੱਲ ਜਾ ਕੇ ਦੁਨੀਆ ਕੀ ਕਹੂ। ਬਸ ਆਪਣੀ ਸੁਣ, ਆਪਣੇ ਮਨ ਦੀ ਸੁਣ। ਜੇ ਤੈਨੂੰ ਲੱਗ ਰਿਹਾ ਹੈ ਕਿ ਤੂੰ ਕਿਸੇ ਕੰਮ ਨੂੰ, ਕਿਸੇ ਰੋਜ਼ਗਾਰ ਨੂੰ ਚੰਗੇ ਤਰੀਕੇ ਨਾਲ ਕਰ ਸਕਦਾ ਹੈ ਤਾਂ ਉਸ ਨੂੰ ਸ਼ੁਰੂ ਕਰਨ ਸਮੇਂ ਘਬਰਾਈ ਨਾ, ਨਹੀਂ ਤਾਂ ਸਾਰੀ ਜ਼ਿੰਦਗੀ ਤੈਨੂੰ ਇਹੀ ਅਫਸੋਸ ਰਹੂ ਕਿ ਮੈਂ ਉਹ ਕਰ ਸਕਦਾ ਸੀ। ਦੂਸਰੀ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ ਹਾਰ ਕੇ ਵੀ ਕੋਈ ਇੱਥੇ ਖੇਡ ਚੋਂ ਬਾਹਰ ਨਹੀਂ ਹੁੰਦਾ। ਮੌਤ ਤੋਂ ਪਹਿਲਾਂ ਜ਼ਿੰਦਗੀ ਤੁਹਾਨੂੰ ਅਣਗਿਣਤ ਮੌਕੇ ਦਿੰਦੀ ਹੈ, ਪਰ ਉਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਮੌਕਿਆਂ ਨੂੰ ਪਕੜ ਪਾਉਂਦੇ ਹੋ। ਜ਼ਿੰਦਗੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਹਾਰ ਕੇ ਵੀ ਕੋਈ ਖੇਡ ਚੋਂ ਬਾਹਰ ਨਹੀਂ ਹੁੰਦਾ। ਜੇਕਰ ਅਸੀਂ ਇੱਕ ਵਾਰ ਹਾਰ ਗਏ ਤਾਂ ਸਾਨੂੰ ਦੁਬਾਰਾ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ, ਪਰ ਪਹਿਲਾਂ ਵਾਲੀ ਹਾਰ ਦਾ ਡਰ ਸਾਡੇ ਮਨ ਵਿੱਚ ਬੈਠਾ ਰਹਿੰਦਾ ਹੈ। ਇਸੇ ਲਈ ਅਸੀਂ ਦੂਸਰੀ ਸ਼ੁਰੂਆਤ ਨਹੀਂ ਕਰ ਪਾਉਂਦੇ। ਤੁਹਾਨੂੰ ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਹਾਰਾਂ ਮਿਲਣ, ਪਰ ਤੁਸੀਂ ਖੁਦ ਕਦੇ ਹਾਰ ਨਾ ਮੰਨਿਓ, ਕਿਉਂਕਿ ਤੁਹਾਨੂੰ ਜੀਵਨ ਅਨੇਕਾਂ ਹੋਰ ਮੌਕੇ ਦੇਵੇਗਾ ਦੁਬਾਰਾ ਉੱਠਣ ਦੇ ਅਤੇ ਨਵੇਂ-ਨਵੇਂ ਰਾਸਤੇ ਦਿਖਾਵੇਗਾ। ਪਰ ਤੁਸੀਂ ਆਪਣੇ ਜੀਵਨ ਤੋਂ ਕਦੇ ਨਿਰਾਸ਼ ਨਹੀਂ ਹੋਣਾ। ਅਖੀਰ ਨੂੰ ਤਾਂ ਇਸ ਸਰੀਰ ਨੇ ਖਾਕ ਹੋਣਾ ਹੀ ਹੈ। ਸਭ ਕੁਝ ਹਾਰ ਕੇ ਇੱਥੇ ਛੱਡ ਕੇ ਜਾਣਾ ਹੈ ਤਾਂ ਫਿਰ ਅਸੀਂ ਜਿਉਂਦੇ ਜੀ ਹਾਰ ਕਿਉਂ ਮੰਨੀਏ। ਘੱਟੋ ਘੱਟ ਅਸੀਂ ਆਪਣੇ ਸਰੀਰ ਨੂੰ ਕੋਸ਼ਿਸ਼ਾਂ ਦਾ ਇੱਕ ਸਾਗਰ ਤਾਂ ਬਣਾ ਸਕਦੇ ਹਾਂ। ਚਲੋ ਮੰਨ ਲੈਂਦੇ ਹਾਂ ਕਿ ਅਸੀਂ ਜ਼ਿੰਦਗੀ ਵਿੱਚ ਕੁਝ ਨਹੀਂ ਹਾਸਲ ਕੀਤਾ, ਪਰ ਅਸੀਂ ਜੀਵਨ ਵਿੱਚ ਕੋਸ਼ਿਸ਼ਾਂ ਤਾਂ ਕੀਤੀਆਂ। ਅਸੀਂ ਨੇ ਜੀਵਨ ਨੂੰ ਅਨੁਭਵ ਤਾਂ ਕੀਤਾ। ਘੱਟੋ ਘੱਟ ਜੀਵਨ ਤੋਂ ਖਾਲੀ ਹੱਥ ਤਾਂ ਨਹੀਂ ਵਾਪਸ ਜਾ ਰਹੇ। ਇਸੇ ਲਈ ਫਿਕਰਾਂ ਨੂੰ ਅੱਜ ਹੀ ਅੱਗ ਲਗਾ ਦਿਓ ਅਤੇ ਇੱਕ ਨਵੀਂ ਸ਼ੁਰੂਆਤ ਕਰੋ। ਦੇਖਿਓ, ਇੱਕ ਨਵੀਂ ਸ਼ੁਰੂਆਤ ਤੁਹਾਨੂੰ ਇੱਕ ਨਵਾਂ ਹੌਸਲਾ ਦੇਵੇਗੀ। ਮਨ ਦੇ ਹਾਰਨ 'ਚ ਹੀ ਹਾਰ ਹੈ, ਮਨ ਦੇ ਜਿੱਤਣ 'ਚ ਹੀ ਜਿੱਤ ਹੈ। ਇਸ ਲਈ ਆਪਣੇ ਮਨ ਵਿੱਚ ਉਮੀਦਾਂ ਭਰੋ, ਉਤਸ਼ਾਹ ਭਰੋ, ਜੋਸ਼ ਭਰੋ ਅਤੇ ਇੱਕ ਨਵੀਂ ਸ਼ੁਰੂਆਤ ਕਰੋ। ਧੰਨਵਾਦ।